चलो जी। के- के- ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਕਮਲੈਨ ਸਿੰਘ ਆਪ ਸਭ ਦਾ ਵਿਰਸਾ ਚੈਨਲ ਉੱਤੇ ਸਵਾਗਤ ਕਰਦਾ ਹੈ ਜੀ। ਜਿਵੇਂ ਕਿ ਆਪ ਸਭ ਜਾਣਦੇ ਹੋ, ਇਹ ਜੋ ਅਕਤੂਬਰ ਦਾ ਮਹੀਨਾ ਚੱਲ ਰਿਹਾ ਹੈ, ਇਹ ਮਹੀਨਾ ਕਸ਼ਮੀਰ ਵਿੱਚ ਵਸ ਰਹੇ ਹਰ ਉਸ ਸਿੱਖਾਂ ਨੂੰ ਦਰਦ ਅਤੇ ਖੂਨੀ ਰਾਤਾਂ ਦਾ ਚੇਤੇ ਕਰਵਾਉਂਦਾ ਹੈ। ਭਾਵ 47 ਦਾ ਸੰਤਾਪ ਕਸ਼ਮੀਰ ਦੇ ਸਿੱਖ ਅਜੇ ਵੀ ਇਸ ਦਰਦ ਨੂੰ ਆਪਣੇ ਅੰਦਰ ਵਸਾਈ ਬੈਠੇ ਹਨ। ਉਸੇ ਬਾਰੇ ਅੱਜ ਵਿਚਾਰ ਕਰਨ ਲਈ ਸਾਡੇ ਨਾਲ ਮੌਜੂਦ ਹਨ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ, ਪ੍ਰਚਾਰਕ ਜੰਮੂ ਵਾਲੇ, ਜਿਨ੍ਹਾਂ ਨੇ ਇਸ ਵਿਸ਼ੇ ਭਾਵ 47 ਦੇ ਇਤਿਹਾਸ ਦੀ ਗਹਿਰਾਈ ਵਿੱਚ ਜਾ ਕੇ ਅੱਖੀ ਡਿੱਠਾ ਹਾਲ ਬਿਆਨਿਆ ਹੈ ਤੇ ਸੰਗਤਾਂ ਸਾਹਮਣੇ ਕੋਸ਼ਿਸ਼ ਕੀਤੀ ਹੈ ਕਿ ਜਿੰਨਾ ਵੀ ਇਹ ਕੁਝ ਇਕੱਠਾ ਕਰ ਸਕਣ ਉਹ ਸੰਗਤਾਂ ਸਾਹਮਣੇ ਆਇਆ ਜਾਵੇ। ਸੋ ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਦਾ ਸਵਾਗਤ ਕਰਦੇ ਹਾਂ ਜੀ, ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਇਹਨਾਂ ਨੇ ਆਪਣਾ ਅਨਮੁੱਲਾ ਸਮਾਂ ਕੱਢ ਕੇ ਸਾਡੇ ਨਾਲ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਜੁੜੇ ਹਨ। ਭਾਈ ਸਾਹਿਬ ਜੀ, ਫਤਿਹ ਨਾਲ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। ਜਿਵੇਂ ਕਿ ਭਾਈ ਸਾਹਿਬ ਜੀ ਤੁਸੀਂ 47 ਦੇ ਇਸ ਅਨਮੁੱਲੇ ਇਤਿਹਾਸ ਨੂੰ, ਸ਼ਹਾਦਤਾਂ ਭਰੇ ਇਤਿਹਾਸ ਨੂੰ ਬੜੀ ਗਹਿਰਾਈ ਨਾਲ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਨਾਲ ਸੰਬੰਧਿਤ ਤੁਹਾਡੇ ਸਾਹਮਣੇ ਇੱਕ ਸਵਾਲ ਹੈ ਜੀ। ਤੁਸੀਂ ਅੱਖੀ ਡਿੱਠਾ ਹਾਲ ਬਿਆਨਿਆ ਹੈ ਕਿ ਇਸ ਦਾ ਮੂਲ ਕਾਰਨ ਕੀ ਸੀ, ਭਾਵ ਇਸ ਅਟੈਕ ਦਾ ਮੂਲ ਕਾਰਨ ਕੀ ਸੀ, ਇਸ ਬਾਰੇ ਥੋੜੀ ਵਿਚਾਰ ਦੱਸੋ ਜੀ। ਸਭ ਤੋਂ ਪਹਿਲਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਨੇ ਇਸ ਚੈਨਲ ਦੇ ਮਾਧਿਅਮ ਦੁਆਰਾ, ਔਰ ਸਭ ਤੋਂ ਵੱਡੀ ਜਿਹੜੀ ਮੁਬਾਰਕ ਵਾਲੀ ਗੱਲ ਕਿ ਬੜੀ ਛੋਟੀ ਏਜ ਵਿੱਚ ਆਪਣੇ ਵਿਰਸੇ ਨੂੰ, ਆਪਣੇ ਮਾਨਮੱਤੇ ਇਤਿਹਾਸ ਨੂੰ ਦੁਨੀਆ ਦੇ ਸਾਹਮਣੇ ਲਿਜਾਉਣ ਦਾ ਜੋ ਤੁਸੀਂ ਇਹ ਉਪਰਾਲਾ ਕੀਤਾ ਹੈ, ਇਹ ਬਹੁਤ ਹੀ ਸ਼ਲਾਘਾਯੋਗ ਹੈ। ਕਿਉਂਕਿ ਜੀ ਇਸ ਵਕਤ ਜੇ ਦੇਖੀਏ ਤੇ ਸਾਡੇ ਸਮਾਜ ਵਿੱਚ ਜੋ ਆਪ ਜੀ ਦੀ ਉਮਰ ਹੈ ਬੜੀ ਛੋਟੀ, ਬੜੇ ਘੱਟ ਸਾਡੇ ਬੱਚੇ ਇਹੋ ਜਿਹੇ ਨੇ ਜਿਹੜੇ ਇਸ ਪਾਸੇ ਆਪਣੇ ਪੁਰਾਤਨ ਵਿਰਸੇ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਦਾ ਜਿਹੜਾ ਯਤਨ ਕਰਨ। ਪਰ ਗੁਰੂ ਨੇ ਆਪ ਜੀ ਤੇ ਕਿਰਪਾ ਕੀਤੀ ਹੈ ਕਿ ਜੋ ਇਸ ਵਕਤ ਸੋਸ਼ਲ ਮੀਡੀਆ ਦਾ ਦੌਰ ਹੈ, ਹਰ ਇੱਕ ਬੱਚੇ ਦੇ ਹੱਥ ਦੇ ਵਿੱਚ ਜਿਹੜਾ ਮੋਬਾਈਲ ਹੈ, ਤੇ ਆਪ ਜੀ ਕੋਸ਼ਿਸ਼ ਕਰ ਰਹੇ ਹੋ ਵੀ ਜੇ ਇਸ ਵਕਤ ਅਸੀਂ ਕੁਝ ਲਿਖ ਕੇ ਇਹਨਾਂ ਨੂੰ ਦਈਏ ਤੇ ਸਾਡੇ ਬੱਚੇ ਜਿਹੜੇ ਨੇ ਉਹ ਪੜ੍ਹਦੇ ਨਹੀਂ। ਬਹੁਤ ਹੀ ਵਡਮੁੱਲਾ ਇਤਿਹਾਸ ਸਾਡੇ ਕੋਲ ਲਾਇਬ੍ਰੇਰੀਆਂ ਸਾਡੀਆਂ ਭਰੀਆਂ ਨੇ, ਪਰ ਕਿਸੇ ਵੀ ਲਾਇਬ੍ਰੇਰੀ 'ਚ ਤੁਸੀਂ ਜਾ ਕੇ ਵੇਖੋ ਤੁਹਾਨੂੰ ਦੋ ਚਾਰ ਬੰਦੇ ਕਿਤੇ ਉੱਥੇ ਬੈਠ ਕੇ ਪੜ੍ਹਦਿਆਂ ਨਜ਼ਰ ਨਹੀਂ ਆਉਣਗੇ। ਜੰਮੂ ਕਸ਼ਮੀਰ ਵਿੱਚ ਵੀ ਬਹੁਤ ਗੁਰੂ ਘਰਾਂ ਦੇ ਨਾਲ ਇਤਿਹਾਸਕ ਲਾਇਬ੍ਰੇਰੀਆਂ ਖਾਸ ਤੌਰ ਤੇ ਵੱਡੇ ਪੱਧਰ ਤੇ ਵੀ ਹੈਗੀਆਂ ਨੇ, ਪਰ ਪੜ੍ਹਨ ਦਾ ਰੁਝਾਨ ਟੋਟਲ ਖਤਮ ਹੋ ਗਿਆ। ਤਾਂ ਕਿਤੇ ਨਾ ਕਿਤੇ ਜਿਹੜਾ ਸੋਸ਼ਲ ਮੀਡੀਆ ਹੈ, ਇਹਦੇ ਨਾਲ ਜਿਹੜਾ ਜੁੜ ਕੇ ਅਸੀਂ ਆਪਣਾ ਮਾਨਵਤਾ ਇਤਿਹਾਸ ਆਉਣ ਵਾਲੇ ਆਪਣੀ ਕੌਮ ਦੇ ਭਵਿੱਖ ਅੱਗੇ ਰੱਖ ਸਕੀ, ਇਹ ਬੜਾ ਵਧੀਆ ਆਪ ਜੀ ਦਾ ਉਪਰਾਲਾ ਹੈ। ਗੱਲ ਅਕਤੂਬਰ ਦੀ ਹੈ ਕਿਉਂਕਿ 22 ਅਕਤੂਬਰ 1947 ਨੂੰ ਜਿਹੜਾ ਸਾਡੇ ਜੰਮੂ ਕਸ਼ਮੀਰ ਦੇ ਇੱਕ ਬਹੁਤ ਹੀ ਵੱਡਾ ਜਿਹੜੀ ਹੈ ਉਹ ਸੰਤਾਪ ਸਾਡੇ ਬਜ਼ੁਰਗਾਂ ਨੇ ਹੰਡਾਇਆ ਹੈ। ਇਸ ਪੂਰੇ ਦੇ ਉੱਤੇ ਅੱਖੀ ਡਿੱਠਾ ਨਹੀਂ, ਭਾਵ ਕੰਨੀ ਸੁਣਿਆ ਲਫ਼ਜ਼ ਵਰਤਿਆ ਜਾਏ ਤੇ ਬੜਾ ਵਧੀਆ ਹੈ। ਕਿਉਂਕਿ ਜੇ ਅੱਜ ਤੋਂ ਅਸੀਂ 20 ਸਾਲ ਬਾਅਦ ਇਹਦੇ ਉੱਤੇ ਕੰਮ ਕਰਾਂਗੇ ਤੇ ਫਿਰ ਸਾਡੇ ਕੋਲ ਫਸਟ ਪਰਸਨ ਜਿਹੜਾ ਹੈ ਕੋਈ ਮੌਜੂਦ ਰਹਿਣਾ ਬੜਾ ਔਖਾ ਹੈ। ਕਿਉਂਕਿ ਤਕਰੀਬਨ 75 ਸਾਲ ਪਹਿਲਾਂ ਹੋ ਚੁੱਕੇ ਨੇ, ਸਮਾਂ ਬਹੁਤ ਲੰਘ ਚੁੱਕਿਆ ਹੈ। ਤੇ ਜੇ 20 ਸਾਲ ਬਾਅਦ ਕੰਮ ਕਰੀਏ ਤੇ ਅਸੀਂ ਸੈਕੰਡ ਪਰਸਨਲੀ ਕਿਸੇ ਕੋਲ ਸੁਣਾਂਗੇ ਵੀ ਸਾਡੇ ਪਿਤਾ ਜੀ ਇਸ ਤਰ੍ਹਾਂ ਕਹਿੰਦੇ ਸੀ, ਪਿਤਾ ਜੀ ਇਸ ਤਰ੍ਹਾਂ ਕਹਿੰਦੇ ਸੀ। ਇਸ ਵਕਤ ਸਾਡੇ ਕੋਲ 1947 ਦਾ ਸੰਤਾਪ ਆਪਣੇ ਪਿੰਡੇ ਤੇ ਹੰਡਾ ਚੁੱਕੇ ਬਹੁਤ ਬਜ਼ੁਰਗ ਮੌਜੂਦ ਨੇ। ਸੋ ਮੈਂ ਕੋਸ਼ਿਸ਼ ਕੀਤੀ ਹੈ ਵੀ ਸਭ ਤੋਂ ਪਹਿਲਾਂ ਅਸੀਂ ਇਹਦੇ ਉੱਤੇ ਕੋਈ ਵੱਡਾ ਵਰਕ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਡਾ ਇਸ ਵਕਤ ਕੰਮ ਜਿਹੜਾ ਹੈ ਵੀ ਇਹਨਾਂ ਬਜ਼ੁਰਗਾਂ ਦੀ ਉਹ ਜਿੰਨੀ ਵੀ ਇਹਨਾਂ ਦੀ ਉਹ ਜਰਨੀ ਹੈ ਉਸ ਪੂਰੀ ਨੂੰ ਅਸੀਂ ਇਸ ਸੋਸ਼ਲ ਮੀਡੀਆ ਦੇ ਦੁਆਰਾ ਕੈਪਚਰ ਕਰ ਲਈਏ। ਫਸਟ ਪਰਸਨ ਨਾਲ ਜੋ ਹੋਇਆ ਉਹ ਅਸੀਂ ਉਹਨਾਂ ਦੇ ਮੂੰਹ ਚੋਂ ਸਾਰੀ ਜਿਹੜੀ ਰਿਕਾਰਡ ਇਹਨੂੰ ਕਰ ਦਿੱਤਾ ਜਾਏ। ਸੋ ਇਸ ਸੰਬੰਧ ਵਿੱਚ ਮੇਰਾ 2 ਸਾਲ ਦਾ ਜਿਹੜਾ ਵਰਕ ਹੈ ਉਹ ਇਸ ਵਕਤ ਉਹ ਬਜ਼ੁਰਗ ਲੱਭ ਕੇ ਜਿਨ੍ਹਾਂ ਦੀ ਉਮਰ 80 ਸਾਲ ਤੋਂ ਉੱਤੇ, 85 ਸਾਲ ਤੋਂ ਉੱਤੇ, ਔਰ 111 ਸਾਲ ਦੇ ਮੋਸਟ ਸੀਨੀਅਰ ਮੈਨੂੰ ਮਿਲੇ ਨੇ। 750 ਬਜ਼ੁਰਗਾਂ ਦੇ ਕੋਲ ਮੈਂ ਪਹੁੰਚ ਕੀਤੀ ਹੈ। ਉਹ ਚਾਹੇ ਗੰਗਾ ਨਗਰ ਦੇ ਵਿੱਚ ਸੀ, ਕੋਈ ਰਾਜਸਥਾਨ ਦੇ ਵਿੱਚ ਸੀ, ਕੋਈ ਕਸ਼ਮੀਰ ਦੇ ਵਿੱਚ ਸੀ, ਕੋਈ ਪੁੰਛ। ਇਹਨਾਂ ਸਾਰਿਆਂ ਬਜ਼ੁਰਗਾਂ ਦੇ ਕੋਲ ਪਹੁੰਚ ਕੇ ਜੋ 1947 ਦੇ ਵਿੱਚ ਵਾਪਰਿਆ, ਇਹ ਹੈ ਕੀ ਸੀ, ਇਹਨੂੰ ਪੂਰੇ ਮੈਟਰ ਨੂੰ ਇਕੱਠਾ ਕਰਨ ਦਾ ਇੱਕ ਨਿਮਾਣਾ ਜਾਂ ਯਤਨ ਉਹ ਜਿਹੜਾ ਹੈ
ਭਾਈ ਹਰਮੀਤ ਸਿੰਘ ਜੰਮੂ ਨਾਮ ਦਾ ਜਿਹੜਾ YouTube ਚੈਨਲ ਹੈ, ਉਹ ਤੁਸੀਂ ਨੈਟ ਤੇ ਉਹਨੂੰ ਦੇਖ ਸਕਦੇ ਹੋ। ਮੇਰੇ 750 ਬਜ਼ੁਰਗਾਂ ਦੇ ਅਲੱਗ-ਅਲੱਗ ਬਜ਼ੁਰਗਾਂ ਦੇ ਇੰਟਰਵਿਊ। ਹੁਣ ਆਪ ਜੀ ਦਾ ਜੋ ਮੇਨ ਸਵਾਲ ਸੀ ਕਿ ਬਈ ਇਹ ਪੂਰੇ ਵਰਤਾਰੇ ਦਾ ਕਾਰਨ ਕੀ ਸੀ, ਕਾਰਨ ਕੀ ਹੋਇਆ? ਇਹਦੇ 'ਚ ਕੋਈ ਸ਼ੱਕ ਨਹੀਂ, ਹਿੰਦੁਸਤਾਨ ਔਰ ਪਾਕਿਸਤਾਨ ਜਿਹੜਾ ਬਾਅਦ ਵਿੱਚ ਬਣਦਾ ਹੈ, ਬੇਸਿਕਲੀ ਇਹ ਸਾਰੇ ਦਾ ਸਾਰਾ ਇਲਾਕਾ ਜਿਹੜਾ ਸੀ, ਇਹ ਬੜੇ ਖੁਸ਼ਹਾਲ ਆਪਣੀ ਜੀਵਨ ਜਿਹੜਾ ਸੀ ਬਤੀਤ ਕਰ ਰਿਹਾ ਸੀ। ਇਹਦੇ ਵਿੱਚ ਕੋਈ ਜਾਤ ਪਾਤ ਮਜ਼ਹਬ ਬ੍ਰਿਟਿਸ਼ ਸਮਰਾਜ, ਉਹ ਜਿਹੜੀ ਸਭ ਤੋਂ ਇੱਕ ਮਾੜੀ ਚੀਜ਼ ਸਾਨੂੰ ਇਹ ਦੇ ਕੇ ਗਏ ਨੇ ਵੀ ਇਸ ਸਮਾਜ ਦੇ ਵਿੱਚ ਜਿਹੜਾ ਉਹਨਾਂ ਦੀ ਸਾਨੂੰ ਡਿਵਾਈਡ ਕਰ ਦਿੱਤਾ, ਚਾਹੇ ਮਜ਼ਹਬ ਦੇ ਨਾਮ ਉੱਤੇ, ਕਈਆਂ ਨੇ ਜ਼ਾਤ ਦੇ ਨਾਮ ਉੱਤੇ, ਰੰਗ ਦੇ ਨਾਮ ਦੇ ਉੱਤੇ। ਉਸ ਡਿਵਾਈਡੇਸ਼ਨ ਤੇ ਪਾਰਟੀਸ਼ਨ ਤੋਂ ਪਹਿਲਾਂ ਹੀ ਲੋਕੀ ਥੋੜੇ ਥੋੜੇ ਆਪਸ ਦੇ ਵਿੱਚ ਜਿਹੜੀ ਨਫ਼ਰਤ ਬਣਨਾ ਸ਼ੁਰੂ ਹੋ ਗਈ ਸੀ। ਹਿੰਦੂ ਔਰ ਮੁਸਲਿਮ ਦੋ ਧੜੇ ਬਣਨਾ ਸ਼ੁਰੂ ਹੋ ਗਈ ਸੀ। ਪਰ ਦੇਸ਼ ਦੀ ਆਜ਼ਾਦੀ ਵੇਲੇ ਜਿਹੜਾ ਇੱਕ ਤੇ ਇਸਲਾਮ ਧਰਮ ਨੂੰ ਮੰਨਣ ਵਾਲਿਆਂ ਦੇ ਮਨ 'ਚ ਸੀ ਕਿ ਸ਼ਾਇਦ ਹਿੰਦੁਸਤਾਨ ਦੇ ਵਿੱਚ ਅਸੀਂ ਇੱਕਦਮ ਸਿਕਿਉਰ ਨਾ ਰਹਿ ਸਕੀਏ, ਇਸ ਕਰਕੇ ਉਸ ਵਕਤ ਉਹਨਾਂ ਨੇ ਅਲੱਗ ਜਿਹੜੀ ਮੁਸਲਿਮ ਲੀਗ ਜਿਹੜੀ ਸੀ, ਉਹਨਾਂ ਨੇ ਜਿਹੜਾ ਹੈ ਉਹ ਅਲੱਗ ਇੱਕ ਸੈਪਰੇਟ ਨੇਸ਼ਨ ਦੀ ਮੰਗ ਕੀਤੀ। ਖੈਰ ਬ੍ਰਿਟਿਸ਼ ਸੈਨੇਟ ਦੇ ਵਿੱਚ ਪਾਸ ਹੁੰਦਾ ਹੈ ਔਰ ਹਿੰਦੁਸਤਾਨ ਔਰ ਪਾਕਿਸਤਾਨ ਦੋ ਅਲੱਗ-ਅਲੱਗ ਮੁਲਕ ਬਣਾਏ ਜਾਂਦੇ ਨੇ ਔਰ ਪੈਨ ਦੀ ਇੱਕ ਸਟ੍ਰੋਕ ਦੇ ਨਾਲ ਕਰੋੜਾਂ ਲੋਕਾਂ ਦੀ ਕਿਸਮਤ ਦਾ ਫੈਸਲਾ ਕਰ ਦਿੱਤਾ ਗਿਆ। ਔਰ ਬੇਸ਼ੱਕ ਇਹ ਪਾਰਟੀਸ਼ਨ ਜਦੋਂ ਇਹਦੇ ਉੱਤੇ ਅਜੇ ਵਿਚਾਰਾਂ ਹੀ ਹੋ ਰਹੀਆਂ ਸੀ, ਪ੍ਰੋਪਰਲੀ ਕੋਈ ਇਹਦਾ ਪਹਿਲਾਂ ਪ੍ਰੀ ਪਲਾਨ ਨਹੀਂ ਬਣਾਇਆ ਗਿਆ, ਕਿਉਂਕਿ ਇਹ ਕੁਦਰਤੀ ਗੱਲ ਸੀ, ਇੰਨੀ ਵੱਡੀ ਮਾਸ ਮਾਈਗ੍ਰੇਸ਼ਨ ਹੋਣੀ ਸੀ ਤੇ ਜਿੱਥੇ ਮਾਸ ਮਾਈਗ੍ਰੇਸ਼ਨ ਇੰਨੀ ਵੱਡੀ ਹੈ ਉੱਥੇ ਵਾਇਲੈਂਸ ਦੇ ਚਾਂਸ ਜਿਹੜੇ ਸੀ ਬਹੁਤ ਜ਼ਿਆਦਾ ਸੀ। ਪਰ ਪ੍ਰੋਪਰ ਉਦਾਂ ਦਾ ਕੋਈ ਮੈਨੇਜਮੈਂਟ ਨਹੀਂ ਕੀਤਾ ਗਿਆ, ਕੋਈ ਇਹੋ ਜਿਹੇ ਤੇ ਡੀਪ ਜਿਹੜੀ ਹੈ ਪਹਿਲਾਂ ਵਿਚਾਰ ਨਹੀਂ ਕੀਤੀ ਗਈ। ਉਹ ਰਿਜ਼ਲਟ ਇਹ ਨਿਕਲਿਆ 14 ਅਗਸਤ ਨੂੰ ਦੇਸ਼ ਪਾਕਿਸਤਾਨ ਬਣਦਾ ਹੈ, 15 ਅਗਸਤ ਨੂੰ ਹਿੰਦੁਸਤਾਨ। ਇਸ ਦੋਨਾਂ ਦੇ ਵਿੱਚ ਜਿੱਥੇ ਵੱਡਾ ਤਬਕਾ ਸਾਡਾ ਖੁਸ਼ੀ ਮਨਾ ਰਿਹਾ ਸੀ, ਉੱਥੇ ਤਕਰੀਬਨ ਜਿਹੜੇ ਨੇ ਉਹ ਇਸ ਪੂਰੀ ਮਾਈਗ੍ਰੇਸ਼ਨ ਦੇ ਵਿੱਚ 1 ਕਰੋੜ 30 ਲੱਖ ਆਦਮੀ ਉਹ ਵੀ ਸਨ ਜਿਹੜੇ ਆਪਣੇ ਘਰ ਤੋਂ ਬੇਘਰ ਹੋ ਚੁੱਕੇ ਸਨ। ਉਹਦੇ ਵਿੱਚ ਬੜਾ ਤਬਕਾ ਹਿੰਦੂ, ਮੁਸਲਿਮ, ਪੰਜਾਬ ਦੇ ਵਿੱਚ ਰਹਿਣ ਵਾਲੇ ਸਾਡਾ ਸਿੱਖਸ, ਇਹ ਲੋਕੀ ਉਹ ਸਨ ਜਿਹੜੇ ਆਪਣੇ ਪਰਿਵਾਰਾਂ ਦੇ ਕਰੀਬੀ ਮੈਂਬਰਾਂ ਨੂੰ ਕਿਉਂਕਿ ਖੋ ਚੁੱਕੇ। ਫਿਰਕਾ ਪ੍ਰਸਤ ਜੰਗ ਵੀ ਇਹਦੇ ਵਿੱਚ ਸ਼ੁਰੂ ਹੋਈ ਔਰ ਇਹ ਅੱਗ ਦਾ ਜਿਹੜਾ ਸੇਕ ਸੀ ਉਹ ਤੁਸੀਂ ਪੰਜਾਬ, ਗੁਜਰਾਤ, ਰਾਜਸਥਾਨ ਇਹਨਾਂ ਇਲਾਕਿਆਂ ਦੇ ਵਿੱਚ ਸਾਨੂੰ ਵੇਖਣ ਨੂੰ ਮਿਲੇ। ਇਸ ਤੋਂ ਪਹਿਲਾਂ ਜਿਹੜੀ ਹਿੰਦੁਸਤਾਨ ਸੀ ਉਹ ਅਲੱਗ-ਅਲੱਗ ਰਿਆਸਤਾਂ ਦੇ ਵਿੱਚ, ਛੋਟੀ-ਛੋਟੀਆਂ ਰਿਆਸਤਾਂ, ਤਕਰੀਬਨ 550 ਰਿਆਸਤਾਂ ਦੇ ਵਿੱਚ ਵੰਡਿਆ ਹੋਇਆ ਸੀ ਤੇ ਬਹੁਤ ਜ਼ਿਆਦਾ ਰਾਜੇ ਜਿਹੜੇ ਸੀ ਉਹਨਾਂ ਨੇ ਉਹ ਜਿਹੜਾ ਸੀ ਇਹਨਾਂ ਨਾਲ ਐਗਰੀਮੈਂਟ ਕਰ ਲਿਆ ਔਰ ਇਹਨਾਂ ਦੋਵਾਂ ਧਿਰਾਂ ਦੇ ਵਿੱਚ ਕੁਝ ਇਸਲਾਮ ਦੇ ਨਾਲ ਜਿਹੜੇ ਮੰਨਣ ਵਾਲੇ ਸੀ ਉਹ ਉਹਨਾਂ ਨੇ ਪਾਕਿਸਤਾਨ ਦੇ ਨਾਲ ਜਿਹੜਾ ਸੀ ਉਹਦੇ ਵਿੱਚ ਮਰਜ਼ ਹੋ ਗਏ, ਸਨਾਤਨ ਧਰਮ ਵਾਲੇ ਹਿੰਦੁਸਤਾਨ ਵਿੱਚ ਮਰਜ਼ ਹੋ ਗਏ। ਪਰ ਕੁਝ ਕੁ ਰਿਆਸਤਾਂ ਅਜੇ ਵੀ ਇਹੋ ਜਿਹੀਆਂ ਸਨ ਜਿਹੜੀਆਂ ਕਿ ਆਜ਼ਾਦ ਰਹਿਣਾ ਚਾਹੁੰਦੀਆਂ ਸੀ ਔਰ ਉਹਨਾਂ ਕੋਲ ਉਦਾਂ ਦਾ ਬੰਦੋਬਸਤ ਚਾਹੇ ਹੈ ਸੀ ਪਰ ਨਹੀਂ ਸੀ, ਪਰ ਉਹਨਾਂ ਨੇ ਦਾਅਵਾ ਕਿਹਾ ਕਿ ਵੀ ਅਸੀਂ ਆਜ਼ਾਦ ਰਵਾਂਗੇ। ਉਹਨਾਂ ਵਿੱਚ ਇੱਕ ਸਾਡੀ ਰਿਆਸਤ ਸੀ ਜੰਮੂ ਕਸ਼ਮੀਰ। ਇੱਥੇ ਹਰੀ ਸਿੰਘ, ਜਿਸ ਦੇ ਵੱਡੇ ਵਡੇਰੇ ਗੁਲਾਬ ਸਿੰਘ ਜੀ ਦੀ ਜੇ ਗੱਲ ਕਰੀਏ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਆਮ ਸਿਪਾਹੀ ਭਰਤੀ ਹੁੰਦੇ ਨੇ ਔਰ ਮਹਾਰਾਜਾ ਰਣਜੀਤ ਸਿੰਘ ਦੀ ਖੁਸ਼ਾਮਦੀ ਹਾਸਲ ਕਰਕੇ ਅੱਜ ਵੀ ਤੁਸੀਂ ਜਦੋਂ ਪਹੁੰਚ ਜਾਓ ਅਖਨੂਰ ਦੇ ਵਿੱਚ, ਅੱਜ ਵੀ ਉਹ ਸਥਾਨ ਬਣਿਆ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਰਾਜ ਤਿਲਕ ਦੇ ਕੇ ਜੰਮੂ ਦਾ ਰਾਜਾ ਬਣਾਇਆ ਔਰ ਆਪ ਮਹਾਰਾਜਾ ਦਾ ਜਿਹੜਾ ਹੈ ਉਹ ਬਣ ਕੇ ਲਾਹੌਰ ਦੇ ਉੱਤੇ ਰਾਜ ਕਰ ਰਹੇ ਸੀ। ਉਸੇ ਗੁਲਾਬ ਸਿੰਘ ਦੇ ਪਰਿਵਾਰ ਦੇ ਵਿੱਚੋਂ ਜਿਹੜੇ ਹਰੀ ਸਿੰਘ ਦਾ ਉਹਨਾਂ ਦਾ ਰਾਜ ਸੀ, ਉਹਨਾਂ ਨੇ ਵੀ ਇੱਕ ਸੈਪਰੇਟ ਆਪਣੀ ਰਿਆਸਤ ਜਿਹੜੀ ਸੀ ਉਹਨੂੰ ਕਾਇਮ ਰੱਖਣ ਦੀ ਗੱਲ ਕਹੀ ਔਰ ਉਹਨਾਂ ਦੀ ਉਹ ਗੱਲ ਭਾਵੇਂ ਮੰਨ ਲਈ ਵੀ ਗਈ। ਪਰ ਇਹ ਗੱਲ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੁੰਦਾ ਹੈ ਤੇ 2 ਹੀ ਮਹੀਨਿਆਂ ਦਾ ਫਰਕ ਸੀ ਕਿ 22 ਅਕਤੂਬਰ ਨੂੰ ਇੱਕ ਬਹੁਤ ਵੱਡੀ ਫੌਜ, ਜਿਨ੍ਹਾਂ ਨੂੰ ਬੇਸ਼ੱਕ ਨਾਮ ਕਬਾਲੀਆਂ ਦਾ ਦਿੱਤਾ ਗਿਆ ਵੀ ਇਹ ਕਬਾਲੀ ਸੀ, ਬੇਸਿਕਲੀ ਇਹ ਲੋਕੀ ਲੁਟੇਰੇ ਵੀ ਜ਼ਰੂਰ ਸੀ ਪਰ ਕਿਤੇ ਨਾ ਕਿਤੇ ਇਹਨਾਂ ਨੂੰ ਸ਼ੈਲਟਰ ਉਸ ਵਕਤ ਜਿਹੜਾ ਸੀ ਪਾਕ ਆਰਮੀ ਦਾ ਵੀ ਸੀ, ਜੋ ਇਹਨਾਂ ਦੇ ਕੋਲ ਹਥਿਆਰ ਜਾਂ ਜਿਸ ਢੰਗ ਨਾਲ ਇੰਨੀ ਵੱਡੀ ਤਾਦਾਦ ਦੇ ਵਿੱਚ ਲੋਕੀ ਇਕੱਠੇ ਹੋ ਕੇ ਅਸਲਾ ਮਿਸ਼ਨ ਲੈ ਕੇ ਆਏ ਔਰ ਇਹਨਾਂ ਲੋਕਾਂ ਨੇ ਉਸ ਵਕਤ ਜਿਹੜਾ ਸਭ ਤੋਂ ਵੱਡਾ ਕੰਮ ਇਹ ਕੀਤਾ ਹੈ, ਉਹ ਮੁਜ਼ੱਫਰਾਬਾਦ ਦੇ ਇਲਾਕੇ ਦੇ ਵਿੱਚ ਆਉਂਦੇ ਨੇ
ਔਰ ਇਹਨਾਂ ਲੋਕਾਂ ਨੇ ਜਿਹੜਾ ਇੱਥੇ ਆ ਕੇ ਤਹਿਸ ਨਹਿਸ ਕਰਕੇ ਜੋ ਇੱਥੇ ਇਹਨਾਂ ਲੋਕਾਂ ਨੇ ਆ ਕੇ ਕੀਤਾ ਹੈ, ਉਹ ਸਾਰੇ ਤੋਂ ਤੁਸੀਂ ਜਾਣੂ ਹੋ। ਦਰਅਸਲ ਮੈਨ ਕਾਰਨ ਇਹਦੇ ਪਿੱਛੇ ਇਹੀ ਸੀ ਕਿ ਕਿਤੇ ਨਾ ਕਿਤੇ ਇੱਕ ਇਹਨੂੰ ਮਜ਼ਹਬੀ ਰੰਗ ਦੇ ਦਿੱਤੀ ਗਈ ਸੀ ਕਿ ਵੱਧ ਤੋਂ ਵੱਧ ਇਲਾਕਾ ਜਿਹੜਾ ਹੈ ਉਹ ਹਿੰਦੁਸਤਾਨ ਕੋਲ ਚਲਾ ਗਿਆ, ਤੇ ਜਿਹੜੇ ਇਸਲਾਮ ਧਰਮ ਦੇ ਲੋਕੀ ਸੀ ਉਹ ਇਸ ਚੀਜ਼ ਕੋਲੋਂ ਖੁਸ਼ ਨਹੀਂ ਸੀ। ਔਰ ਉਸ ਵਕਤ ਉਹਨਾਂ ਨੇ ਜਿਹੜਾ ਬੜਾ ਵਧੀਆ ਇੱਕ ਇਲਾਕਾ ਦੇਖਿਆ ਉਹ ਸੀ ਕਸ਼ਮੀਰ ਦਾ ਇਲਾਕਾ। ਔਰ ਜਿਹੜਾ ਮੈਨ ਕਾਰਨ ਬਣਿਆ ਉਹ ਡਿਵਾਈਡ ਐਂਡ ਰੂਲ ਦੀ ਉਹ ਪਾਲਿਸੀ ਜਿਹੜੀ ਸੀ, ਉਸਨੇ ਇਸ ਢੰਗ ਨਾਲ ਲੋਕੀ ਡਿਵਾਈਡ ਕਰ ਦਿੱਤੇ ਕਿ ਜਿਹੜੇ ਕੱਲ ਤੱਕ ਇਕੱਠੇ ਸੀ ਉਹ ਇੱਕ ਦੂਜੇ ਦੀ ਜਾਨ ਦੇ ਪਿਆਸੇ। ਤੇ ਭਾਈ ਸਾਹਿਬ ਜੀ, ਤੁਸੀਂ ਬਹੁਤ ਹੀ ਚੰਗੇ ਢੰਗ ਨਾਲ ਜਿਹੜਾ ਹੈ ਇਤਿਹਾਸ ਨੂੰ ਪੜ੍ਹਿਆ ਵੀ ਹੈ, ਤੇ ਇਹ ਵੀ ਜਿਹੜੀ ਮੈਂ ਕਿਤਾਬਾਂ ਪੜ੍ਹੀਆਂ ਨੇ, ਬਹੁਤ ਸਾਰੀ ਕਿਤਾਬਾਂ ਨੇ ਜਿਹੜੀਆਂ ਸਿੱਖ ਸ਼ਹੀਦਾਂ ਬਾਰੇ ਲਿਖੀਆਂ ਗਈਆਂ ਨੇ, ਭਾਵ ਕਸ਼ਮੀਰ ਦੇ ਜਿਹੜਾ ਵੀ 47 ਦਾ ਸੰਤਾਪ ਸੀ ਉਸ ਤੋਂ ਅੱਗੇ ਅੱਗੇ ਵੀ ਜਾਈਏ, ਤੇ ਉਹਨਾਂ ਨੇ ਇਹੀ ਚੀਜ਼ ਲਿਖੀ ਹੈ, ਜੇ ਕਿਤੇ ਕਸ਼ਮੀਰੀ ਸਿੱਖਾਂ ਵਿੱਚ ਸ਼ਹੀਦਾਂ ਦੀ ਮਜ਼ਾਰ ਬਣਾਉਣ ਦਾ ਕਿਤੇ ਰਿਵਾਜ ਹੁੰਦਾ ਤੇ ਕਸ਼ਮੀਰ ਦੇ ਹਰ ਕਿਲੋਮੀਟਰ ਉੱਪਰ ਇੱਕ ਇੱਕ ਸਿੱਖ ਦੀ ਮਜ਼ਾਰ ਹੁੰਦੀ। ਤੇ ਇਸ ਤੋਂ ਸਾਨੂੰ ਇਹੀ ਸਪਸ਼ਟ ਹੁੰਦਾ ਕਿ ਕਿੰਨੀ ਵੱਡੀ ਤਾਦਾਦ ਉੱਪਰ ਸਿੱਖਾਂ ਦੀ ਸ਼ਹਾਦਤਾਂ ਕੀਤੀਆਂ ਹੋਣਗੀਆਂ। ਜਿਹੜਾ ਕਿ 47 ਵਿੱਚ ਸਿੱਖਾਂ ਦੀ ਸ਼ਹਾਦਤਾਂ ਦਾ ਮਾਹੌਲ ਸੀ। ਭਾਈ ਸਾਹਿਬ ਜੀ, ਅਸੀਂ ਚਾਹਾਂਗੇ ਤੁਸੀਂ ਉਸ ਬਾਰੇ ਵੀ ਦੱਸੋ ਕਿ ਕਿਸ ਸਿੱਖ ਜਿਹੜੇ ਉਸ ਟਾਈਮ ਦੇ ਸਿੱਖ ਸਨ, ਉਹਨਾਂ ਵਿੱਚ ਮਾਹੌਲ ਕਿਹੋ ਜਿਹਾ ਸੀ ਜਦੋਂ ਅਟੈਕ ਹੋਇਆ ਉਸ ਟਾਈਮ ਦਾ। ਬੇਸਿਕਲੀ ਦੇਖੋ, ਗੁਰੂ ਕਲਗੀਧਰ ਪਾਤਸ਼ਾਹ ਦੇ ਵੇਲੇ ਤੋਂ ਹੀ ਗੁਰੂ ਪਾਤਸ਼ਾਹ ਨੇ ਬਾਕਮਾਲ ਸਾਨੂੰ ਵਿਰਸੇ ਦੇ ਵਿੱਚ ਇਨ ਗਰੀਬ ਸਿੱਖਣ ਕੋ ਦਹਿ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ। ਗੁਰੂ ਪਾਤਸ਼ਾਹ ਨੇ ਜਿਹੜਾ ਸੀ ਸਾਨੂੰ ਜਾਤ ਪਾਤ ਮਜ਼ਹਬ ਵਰਨ ਤੋਂ ਉਠਾ ਕੇ ਜਿਹੜਾ ਇੱਕ ਨਿਆਰਾ ਸਰੂਪ ਦਿੱਤਾ ਸੀ ਖਾਲਸੇ ਦਾ, ਤੇ ਉਹਦੇ ਨਾਲ ਹੀ ਜਿਹੜਾ ਸਾਡੇ ਹੱਥ ਵਿੱਚ ਸ਼ਸਤਰ ਫੜਾਇਆ, ਉਹ ਸ਼ਸਤਰ ਫੜਾਉਂਦਿਆਂ ਉਹਦਾ ਨਾਮ ਕਿਰਪਾਨ ਜਿਹੜਾ ਸੀ ਰੱਖ ਦਿੱਤਾ ਵੀ ਇਹ ਤੇ ਕਿਰਪਾ ਕਰਨ ਵਾਸਤੇ ਹੈ, ਤੇ ਨਾਲ ਇੱਕ ਉਪਦੇਸ਼ ਦੇ ਦਿੱਤਾ ਵੀ ਤੇਰਾ ਕਿਸੇ ਨਾਲ ਦੁਸ਼ਮਣੀ ਨਹੀਂ ਹੈ, ਤੇਰੀ ਦੁਸ਼ਮਣੀ ਕਿਸੇ ਨਾਲ ਨਹੀਂ ਹੈ, ਤੂੰ ਸੈਲਫ ਡਿਫੈਂਸ ਦੇ ਵਾਸਤੇ ਜਿਹੜਾ ਹੈ ਉਹ ਆਪਣੇ ਸ਼ਸਤਰ ਨੂੰ ਵਰਤਣਾ ਹੈ। ਗੁਰੂ ਪਾਤਸ਼ਾਹ ਦੀ ਉਸ ਪਰੰਪਰਾ ਨੂੰ ਕਾਇਮ ਰੱਖਦਿਆਂ ਜਿਹੜੇ ਸਾਡੇ ਬਜ਼ੁਰਗ ਉਹਨਾਂ ਇਲਾਕਿਆਂ 'ਚ ਰਹਿੰਦੇ ਸੀ, ਇਹ ਸ਼ਸਤਰਧਾਰੀ ਸੀ ਸਾਰੇ ਦੇ ਸਾਰੇ। ਔਰ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਸੀ ਉਹ ਜਿਹੜੇ ਇਲਾਕਿਆਂ ਨੂੰ ਮੁੱਖ ਰੱਖਦਿਆਂ ਜਿਹੜੇ ਦੂਜੇ ਆਧੁਨਿਕ ਸ਼ਸਤਰ ਸੀ ਉਹਦੇ ਵਿੱਚ ਭਾਵੇਂ ਉਹ ਅੱਜ ਦੀ ਤਰ੍ਹਾਂ ਆਧੁਨਿਕ ਵੈਪਨਾਂ ਤੇ ਨਹੀਂ ਸੀ, ਪਰ ਆਮ ਸੈਲਫ ਡਿਫੈਂਸ ਵਾਸਤੇ ਜਿਹੜੀਆਂ ਦੇਸੀ ਰਾਈਫਲਾਂ, ਜਿਹਨੂੰ ਤੋੜੇਦਾਰ ਰਾਈਫਲ ਕਹਿੰਦੇ ਨੇ, ਇਹ ਸਾਰਿਆਂ ਨੇ ਰੱਖੀਆਂ ਹੋਈਆਂ ਸੀ। ਤੇ ਜਦੋਂ ਫਾਈਨਲੀ ਕਬਾਲੀਆਂ ਦਾ ਅਟੈਕ ਹੁੰਦਾ ਹੈ ਤੇ ਲੜਨ ਦੇ ਬਜਾਏ, ਕਿਉਂਕਿ ਜੇ ਅਸੀਂ ਪੁਰਾਤਨ ਇਤਿਹਾਸ ਨੂੰ ਪੜ੍ਹੀਏ, ਇਸ ਤੋਂ ਪਹਿਲਾਂ ਜਦੋਂ ਜਦੋਂ ਵੀ ਹਿੰਦੁਸਤਾਨ ਦੀ ਧਰਤੀ ਤੇ ਕਿਤੇ ਵੀ ਕੋਈ ਵਿਦੇਸ਼ੀ ਹਮਲਾਵਰ ਚੜ੍ਹ ਕੇ ਆਇਆ ਤੇ ਉਹਦੇ ਨਾਲ ਲੜਨ ਦੀ ਬਜਾਏ ਇਹ ਦੱਸ ਦਿੱਤਾ ਗਿਆ ਵੀ ਤੁਸੀਂ ਉਹਦੇ ਸਾਹਮਣੇ ਹੱਥ ਜੋੜ ਕੇ ਮੰਤਰ ਪੜ੍ਹਨਾ ਸ਼ੁਰੂ ਕਰ ਦਿਓ ਕਿ ਉਹ ਲੋਕੀ ਤੁਹਾਡੇ ਮੰਤਰਾਂ ਦੇ ਨਾਲ ਇੱਥੋਂ ਦੱਸ ਜਾਣ। ਤੁਸੀਂ ਬਾਣੀ ਵਿੱਚ ਪੜ੍ਹੋ, ਗੁਰੂ ਸਾਹਿਬ ਦਾ ਜ਼ਿਕਰ ਆਉਂਦਾ, ਕੋਟੀ ਹੂੰ ਪੀਰ ਜਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ, ਵੀ ਇੱਕ ਪਾਸੇ ਤੇ ਜਰਵਾਣਾ ਚੜ੍ਹ ਕੇ ਆ ਰਿਹਾ ਤੇ ਦੂਜੇ ਪਾਸੇ ਹਿੰਦੁਸਤਾਨ ਦੇ ਜਿਹੜੇ ਵਾਰਸ ਸੀ ਉਹ ਪੀਰ ਫਕੀਰਾਂ ਨੂੰ ਇਕੱਠੇ ਕਰ ਰਹੇ ਸੀ। ਗੁਰੂ ਪਾਤਸ਼ਾਹ ਨੇ ਸਾਨੂੰ ਪੀਰਾਂ ਫਕੀਰਾਂ ਨੂੰ ਇਕੱਠੇ ਕਰਕੇ ਮੰਤਰਾਂ ਦੇ ਨਾਲ ਲੜਨਾ ਨਹੀਂ ਸੀ ਸਿਖਾਇਆ, ਬਲਕਿ ਉਹਨਾਂ ਨੇ ਇੱਕ ਗੱਲ ਕਹਿਤੀ, ਇੱਕ ਗੱਲ ਚੇਤੇ ਰੱਖਿਓ, ਸ਼ਾਸਤਰਾਂ ਦੀ ਜੰਗ ਸ਼ਾਸਤਰਾਂ ਦੇ ਨਾਲ ਜਿੱਤੀ ਜਾ ਸਕਦੀ ਹੈ, ਸ਼ਸਤਰਾਂ ਦੀ ਜੰਗ ਸ਼ਸਤਰਾਂ। ਉਹ ਲੋਕੀ ਸ਼ਸਤਰ ਲੈ ਕੇ ਆਏ ਤੇ ਸਾਡਿਆਂ ਬਜ਼ੁਰਗਾਂ ਨੇ ਵੀ ਆਪਣੇ ਗੁਰੂ ਦੇ ਉਸ ਸਿਧਾਂਤ ਨੂੰ ਕਾਇਮ ਰੱਖਿਆ, ਭੈ ਕਾਹੂ ਕੋ ਦੇਤ ਨਹਿ ਭੈ ਮਾਨਤ, ਕਿ ਬਈ ਅਸੀਂ ਨਾ ਤੇ ਕਿਸੇ ਨੂੰ ਡਰਾਉਣਾ ਪਰ ਕਿਸੇ ਦਾ ਡਰ ਵੀ ਨਹੀਂ ਮੰਨਣਾ, ਇੱਥੋਂ ਭੱਜਣ ਕੋਲੋਂ ਚੰਗਾ ਵੀ ਮੈਦਾਨੇ ਜੰਗ 'ਚ ਡਟਿਆ ਜਾਏ। ਸੋ ਸਾਡਿਆਂ ਬਜ਼ੁਰਗਾਂ ਨੇ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਪਹਿਲਾ ਮੋਰਚਾ ਹੈ ਉਹ ਕਸ਼ਮੀਰ ਮੁਜ਼ੱਫਰਾਬਾਦ ਦੇ ਵਿੱਚ ਇਲਾਕਾ ਸੀ ਫਾਗਵੜੀ। ਇਹ ਫਾਗਵੜੀ ਦਾ ਇਲਾਕਾ ਜਿਹੜਾ ਬਹੁਤ ਉੱਚਾ ਪਹਾੜ ਦੀ ਚੋਟੀ ਤੇ ਸੀ, ਇਸ ਜਗ੍ਹਾ ਨੂੰ ਜਿਹੜਾ ਕਿਲੇ ਰੂਪ ਦੇ ਵਿੱਚ ਬਣਾ ਕੇ, ਕਿਉਂਕਿ ਕਾਫੀ ਜ਼ਿਆਦਾ ਸਿੱਖ ਜਿਹੜੇ ਸੀ ਮੁਜ਼ੱਫਰਾਬਾਦ ਦੇ ਦੋ ਇਲਾਕੇ ਤੇ ਇਕੱਠੇ ਸੀ, ਇੱਕ ਤਾਂ ਡੰਨਾ ਇਲਾਕਾ ਤੇ ਦੂਜੇ ਜਿਹੜਾ ਇਹਨਾਂ ਕੋਲ ਸੀ ਨਲੂਚੀ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨ ਛੋਹ ਧਰਤੀ, ਉੱਥੇ ਗੁਰੂ ਘਰ ਬਣਿਆ, ਉੱਥੇ ਸੰਗਤ ਇਕੱਠੀ ਸੀ। ਸੋ ਉੱਥੇ ਜਿਹੜੀ ਇਹਨਾਂ ਦੀਆਂ ਆਪਸ ਦੇ ਜਿਹੜੀਆਂ ਭਿਆਨਕ ਜੰਗਾਂ ਇਹਨਾਂ ਨੇ ਲੜੀਆਂ ਨੇ, ਔਰ ਇਹਦੇ ਵਿੱਚ ਮੁਜ਼ੱਫਰਾਬਾਦ ਕੇਲੇ ਭਾਈ ਸਾਹਿਬ ਜੀ ਜੇ ਮੁਜ਼ੱਫਰਾਬਾਦ ਦੀ ਗੱਲ ਕਰੀ ਤੇ 25,000 ਦੇ ਕਰੀਬ ਮੁਜ਼ੱਫਰਾਬਾਦ ਦੇ ਵਿੱਚ ਜਿਹੜੇ ਲੋਕੀ ਜਿਹੜੇ ਨੇ ਉਹਨਾਂ ਨੇ ਆਪਣੀਆਂ ਜਾਨਾਂ ਗਵਾਈਆਂ ਨੇ। ਇਸ ਘੱਲੂ ਘਾਰੇ ਦੇ ਵਿੱਚ, ਇਸ ਸੰਤਾਪ ਦੇ ਵਿੱਚ 25,000 ਮੁਜ਼ੱਫਰਾਬਾਦ ਦੇ ਲੋਕੀ ਜਿਹੜੇ ਸੀ ਉਹ ਛਾਤਾਂ ਪਾਉਂਦੇ ਨੇ। ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਵੀ ਜਿਹੜੇ ਲੋਕੀ ਚੜ੍ਹ ਕੇ ਆਏ ਹੋਏ ਸੀ ਉਹ ਕੇਵਲ ਮਰਨ ਮਾਰਨ ਉੱਤੇ ਨਹੀਂ ਸੀ, ਉਹਨਾਂ ਨਾਲ ਇੱਕ ਐਗਰੀਮੈਂਟ ਸੀ ਕਿ ਰੋਟੀ ਬੇਟੀ ਆਪ ਕੀ,
रोटी बेटी तुम्हारी और ਜ਼ਮੀਨ ਹਮਾਰੀ। ਵੀ ਜਿਸ ਜਿਸ ਜਗ੍ਹਾ ਤੇ ਤੁਸੀਂ ਕਬਜ਼ਾ ਕਰੋਗੇ ਉਹ ਜ਼ਮੀਨ ਪਾਕ ਦਾ ਹਿੱਸਾ ਬਣੇਗੀ, ਪਾਕਿਸਤਾਨ ਦਾ। ਪਰ ਜੋ ਉਹਦੇ ਉੱਤੇ ਰੋਟੀ ਬੇਟੀ ਤੁਸੀਂ ਜੋ ਲੁੱਟ ਕੇ ਸਮਾਨ ਸਮੂਨ ਬੱਚਿਆਂ ਦੀ ਇੱਜ਼ਤ ਅਬਰੂ ਲੁੱਟ ਰਹੇ ਹੋ, ਉਹ ਤੁਹਾਡਾ। ਫੁੱਲ ਉਹਨਾਂ ਨੂੰ ਇਜਾਜ਼ਤ ਸੀ। ਤੇ ਜਦੋਂ ਇਸ ਚੀਜ਼ ਦਾ ਪਤਾ ਸਾਡੇ ਬਜ਼ੁਰਗਾਂ ਨੂੰ ਲੱਗਾ, ਉਹਨਾਂ ਨੇ ਕਿਹਾ ਵੀ ਦੇਖੋ, ਜੇ ਸਾਡੀਆਂ ਬੱਚੀਆਂ ਦੀ ਪੱਤ, ਖਾਲਸਾ ਸਾਰੀ ਜ਼ਿੰਦਗੀ ਦੂਜਿਆਂ ਦੀ ਪੱਤਾਂ ਰੱਖਦਾ ਆ ਰਿਹਾ ਸੀ, ਤੇ ਸਾਡੀਆਂ ਬੱਚੀਆਂ ਦੀ ਕੋਈ ਪੱਤ ਦੇ ਨਾਲ ਖਿਲਵਾੜ ਕਰੀ, ਇਹ ਚੀਜ਼ ਬਰਦਾਸ਼ਤ ਨਹੀਂ ਕੀਤੀ ਜਾ ਰਹੀ ਸੀ। ਪਰ ਜਦੋਂ ਬੇਵਸ ਜਬ ਆਬ ਕੀ ਔਦ ਨਿਧਾਨ ਬਣਾਇਆ, ਜਦੋਂ ਸਭ ਕੁਝ ਖਤਮ ਹੋ ਗਿਆ, ਆਥੀ ਰੰਨ ਮੈਂ ਤਬ ਜੂਝ ਮਰੈ, ਫਿਰ ਉਸ ਵਕਤ ਮੈਦਾਨੇ ਜੰਗ ਦੇ ਵਿੱਚ ਜਿਹੜਾ ਜੂਝਣਾ, ਉਹ ਇਸ ਢੰਗ ਨਾਲ ਜੂਝੇ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਵੇਖਿਆ ਵੀ ਜੇ ਅਸੀਂ ਇੱਥੇ ਸ਼ਹਾਦਤਾਂ ਦੇ ਦਿੰਦੇ ਹਾਂ ਤੇ ਸਾਡੀਆਂ ਬੱਚੀਆਂ ਨਾਲ ਕੀ ਹੋਵੇਗਾ। ਤੇ ਬਹੁਤ ਸਾਰੀਆਂ ਬੱਚੀਆਂ ਉਹਨਾਂ ਨੇ ਆਪ ਜਿਹੜੀਆਂ ਸੀ ਕਤਲ ਕੀਤੀਆਂ। ਕਾਹਦੇ ਲਈ? ਕਿ ਬਈ ਇਹਨਾਂ ਦੀ ਇੱਜ਼ਤ ਦੇ ਨਾਲ ਖਿਲਵਾੜ, ਇਹਨਾਂ ਨੂੰ ਗਜਨੀ ਦੇ ਇਲਾਕਿਆਂ ਦੇ ਵਿੱਚ ਟਕੇ ਟਕੇ ਤੇ ਨਿਲਾਮ ਨਾ ਕੀਤਾ ਜਾਏ, ਜੋ ਇੱਕ ਪ੍ਰਥਾ ਸੀ ਕਿ ਹਿੰਦੁਸਤਾਨ ਦੀ ਧਰਤੀ ਤੇ ਆਉਂਦੇ ਸੀ, ਇੱਥੋਂ ਦੀਆਂ ਬਹੁ ਬੇਟੀਆਂ ਨੂੰ ਲੈ ਜਾ ਕੇ ਗਜਨੀ ਦੇ ਇਲਾਕੇ 'ਚ ਟਕੇ ਟਕੇ ਤੇ ਵੇਚਦੇ ਸੀ। ਸਾਡੇ ਬਜ਼ੁਰਗਾਂ ਨੇ ਉਸ ਚੀਜ਼ ਨੂੰ ਪ੍ਰਵਾਨ ਨਾ ਕਰਦੇ ਆ ਆਪਣੇ ਊੜੇ ਔਰ ਜੂੜੇ ਨੂੰ ਸਲਾਮਤ ਰੱਖਦੇ ਆ, ਉਹਨਾਂ ਲੋਕਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ। ਜੇ ਸਾਡੇ ਬਜ਼ੁਰਗ ਉੱਥੇ ਸਮਝੌਤਾ ਕਰਕੇ ਕੇਸ ਕਤਲ ਕਰਵਾ ਦਿੰਦੇ, ਉਹਨਾਂ ਦੇ ਧਰਮ ਅਨੁਸਾਰ ਧਰਮ ਪਰਿਵਰਤਨ ਕਰ ਲੈਂਦੇ, ਤੇ ਸ਼ਾਇਦ ਸਾਡੇ ਬਜ਼ੁਰਗ ਬੜੀ ਵਧੀਆ ਉੱਥੇ ਜ਼ਿੰਦਗੀ ਬਤੀਤ ਕਰ ਸਕਦੇ ਸੀ। ਪਰ ਉਹਨਾਂ ਨੇ ਆਪਣੇ ਬਸਤੇ ਰਸਤੇ, ਘਰ, ਜ਼ਮੀਨਾਂ, ਜਾਇਦਾਦਾਂ, ਘੋੜੀਆਂ, ਮੱਝਾਂ ਸਭ ਛੱਡ ਕੇ ਇੱਕੋ ਚੀਜ਼ ਪ੍ਰਵਾਨ ਕੀਤੀ, ਸਿਧਾਂਤ। ਅਸੀਂ ਸਿਧਾਂਤ ਤੋਂ ਨਹੀਂ ਡੋਲਾਂਗੇ। ਔਰ ਸਾਡੇ ਬਜ਼ੁਰਗ ਜਿਹੜੇ ਸੀ, ਲੰਬੀ ਸ਼ਹਾਦਤਾਂ, ਮੈਂ ਜੇ ਮੁਜ਼ੱਫਰਾਬਾਦ ਦੀ ਤੁਸੀਂ ਗੱਲ ਕਰ ਰਹੇ ਹੋ, ਤੇ ਜਿਹੜਾ ਮੇਰੇ ਕੋਲ ਅੰਕੜਾ ਇਕੱਠਾ ਹੋਇਆ, ਜਿਹੜਾ ਮੈਂ 750 ਬਜ਼ੁਰਗਾਂ ਦੇ ਕੋਲੋਂ ਕੁਝ ਲਿਖਤੀ ਪ੍ਰੂਫ ਵੀ ਮੈਨੂੰ ਮਿਲੇ ਨੇ, ਬਾਕਮਾਲ ਸਾਡੇ ਸੂਝਵਾਨ ਬਜ਼ੁਰਗ ਸੀ ਜਿਹੜੇ ਉਸ ਸਮੇਂ ਵੀ ਲਿਖਦੇ ਸੀ। 25,000 ਦਾ ਅੰਕੜਾ ਹੈ ਮੁਜ਼ੱਫਰਾਬਾਦ ਦਾ, ਕੇਵਲ ਜਿਹੜੀ ਮੁਜ਼ੱਫਰਾਬਾਦ ਦੇ ਵਿੱਚ ਜਿਨ੍ਹਾਂ ਨੇ ਸ਼ਹਾਦਤਾਂ ਹਾਸਲ ਕੀਤੀਆਂ, ਉਹ 25,000 ਦਾ ਉਹਨਾਂ ਦਾ ਅੰਕੜਾ। ਇਸ ਤੋਂ ਬਾਅਦ ਦਾ ਜਿਹੜਾ ਹੈ, ਜੇ ਅਸੀਂ ਪਰਲੇ ਪਾਸੇ ਬਾਗ ਦੀ ਗੱਲ ਕਰ ਲਈਏ ਜਾਂ ਉਹਦੇ ਨਾਲ ਸੁਤੰਤਰ ਦੀ ਗੱਲ ਕਰੀਏ, ਉੱਥੇ ਭਾਵੇਂ ਇੰਨੀ ਜ਼ਿਆਦਾ ਤਾਦਾਦ ਦੇ ਵਿੱਚ ਜਿਹੜੀ ਹੈ ਉਹ ਕੈਜੂਅਲਟੀ ਨਹੀਂ ਹੋਈ, ਕਿਉਂਕਿ ਉਹਦਾ ਇੱਕ ਕਾਰਨ ਸੀ ਕਿ ਮੁਜ਼ੱਫਰਾਬਾਦ ਉਹਦੇ ਵਿੱਚ ਇੱਕ ਬਹੁਤ ਵੱਡਾ ਗੈਪ ਸੀ। ਤੇ ਜਦੋਂ ਤੱਕ ਇਹ ਲੋਕੀ ਉੱਥੇ ਪਹੁੰਚਦੇ, ਉਦੋਂ ਤੱਕ ਜਿਹੜਾ ਸੀ ਉਹ ਲੋਕੀ ਪਹਿਲਾਂ ਵੀ ਸੰਭਲ ਚੁੱਕੇ ਸੀ। ਪਰ ਫਿਰ ਵੀ ਕਾਫੀ ਨੁਕਸਾਨ ਉਹਨਾਂ ਦਾ ਵੀ ਹੋਇਆ ਹੈ। ਢੁੱਲੀ ਦੀ ਗੱਲ ਕਰੀਏ ਤੇ ਢੁੱਲੀ ਦੇ ਵਿੱਚ ਵੀ ਬਹੁਤ ਵੱਡੇ ਤਾਦਾਦ ਦੇ ਵਿੱਚ, ਜੇ ਬਾਗ ਤਹਿਸੀਲ ਦੀ ਗੱਲ ਕਰੀਏ ਤੇ ਇੱਕੋ ਹੀ ਪਿੰਡ ਸੀ ਢੁੱਲੀ, ਜਿਹਦੇ ਵਿੱਚ ਅਲਟੀਮੇਟਲੀ ਸਾਰਾ ਢੁੱਲੀ, ਕੁਝ ਕੁ ਲੋਕਾਂ ਦੇ ਜਿਹੜਾ ਵਿਊ ਸਾਡੇ ਕੋਲ ਆਏ ਨੇ, ਉਹਨਾਂ ਦੇ ਅਨੁਸਾਰ ਢੁੱਲੀ ਦੇ ਵਿੱਚ ਤਕਰੀਬਨ ਕੋਈ 30 ਆਦਮੀ ਸਿਰਫ ਜਿਹੜੇ ਸਰਵਾਈਵ ਕਰ ਚੁੱਕੇ ਸੀ, ਬਾਕੀ ਸਾਰੇ ਉੱਥੇ ਮਾਰਿਆ ਗਏ। ਔਰ ਉੱਥੇ ਵੀ ਬਾਕਮਾਲ ਲੜੇ ਨੇ। ਇੱਕ ਮੈਣਾ ਉਹ ਨਾਮ ਆਉਂਦਾ ਇੱਕ ਬਜ਼ੁਰਗ ਮਾਤਾ ਦਾ, ਔਰ ਜਿਨ੍ਹਾਂ ਨੇ ਬਾਕਮਾਲ ਜਿਹੜੇ ਹੈ ਉਹ ਉੱਥੇ ਉਹਨਾਂ ਲੋਕਾਂ ਨਾਲ ਲੜੇ। ਪ੍ਰਾਂਤ ਦੇ ਵਿੱਚ ਉਹਨਾਂ ਨੂੰ ਵੀ ਉੱਥੇ ਗੋਲੀ ਮਾਰ ਕੇ ਜਿਹੜਾ ਹੈ ਉਹ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸੋ ਜਿਤਨਾ ਸਾਡੇ ਬਜ਼ੁਰਗਾਂ ਕੋਲ ਹੀਲਾ ਵਸੀਲਾ ਸੀ, ਉਹ ਉੱਥੇ ਲੜੇ। ਔਰ ਜਦੋਂ ਕੋਈ ਪੇਸ਼ ਨਾ ਚੱਲੀ, ਇਧਰੋਂ ਹਰੀ ਸਿੰਘ ਦੀ ਜਿਹੜੀ ਫੌਜ ਸੀ, ਉਹ ਵੀ ਜਿਹੜੀ ਸੀ ਜਦੋਂ ਗੋਡੇ ਟੇਕ ਗਈ, ਉਹ ਵੀ ਨੱਸਣਾ ਸ਼ੁਰੂ ਹੋ ਗਈ। ਤੇ ਮਜਬੂਰਨ ਸਾਡੇ ਬਜ਼ੁਰਗਾਂ ਨੂੰ ਉਸ ਵਕਤ ਉਹ ਇਲਾਕੇ ਛੱਡ ਕੇ ਵਾਪਸ ਆਉਣਾ ਪਿਆ। ਔਰ ਉਹਦੇ ਵਿੱਚ ਕੁਝ ਕਸ਼ਮੀਰ ਵਾਲੇ ਪਾਸੇ ਚਲੇ ਗਏ, ਤੇ ਕੁਝ ਜਿਹੜੇ ਸੀ ਫਿਰ ਉਹ ਉਹਨਾਂ ਨੇ ਪੁੰਛ ਦੇ ਵਿੱਚ ਆ ਕੇ ਆਪਣਾ ਠਿਕਾਣਾ ਕੀਤਾ। ਜੀ ਭਾਈ ਸਾਹਿਬ ਜੀ, ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਡੇਟਾ ਜਿਹੜਾ ਹੈ, ਜਿਹੜਾ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੱਸਿਆ ਸੀ, ਜੇ ਅਸੀਂ 20 ਜਾਂ 19-20 ਸਾਲ ਤੱਕ ਅਸੀਂ ਜਿਹੜਾ ਆਪਣਾ ਇਤਿਹਾਸ ਨਾ ਲਿਖ ਸਕੀਏ, ਤੇ ਸਾਨੂੰ ਇਹ ਮੁਸ਼ਕਿਲ ਹੋ ਜਾਏਗੀ ਕਿ ਇਤਿਹਾਸ ਜਿਹੜਾ ਹੈ ਇਹ ਪੂਰੇ ਤੌਰ ਉੱਪਰ ਸਹੀ ਹੋਏਗਾ ਕਿ ਨਹੀਂ। ਭਾਵ ਉਹ ਇੱਕ ਸੈਕੰਡਰੀ ਡੇਟਾ ਰਹਿ ਜਾਏਗਾ। ਪ੍ਰਾਇਮਰੀ ਡੇਟਾ ਰਹਿਣ ਤੋਂ ਬਾਅਦ ਹੈਗਾ, ਸਾਨੂੰ ਇਸ ਵਕਤ ਸਮਾਂ ਵੀ ਹੈਗਾ ਕਿ ਅਸੀਂ ਆਪਣੇ ਬਜ਼ੁਰਗਾਂ ਤੋਂ ਇਤਿਹਾਸ ਦੀ ਜਿਹੜੀ ਹੈ ਕੋਈ ਵੰਡ ਹੀ ਲੈ ਲਈਏ। ਤੇ ਤੁਹਾਡੇ ਇਹਨਾਂ ਵਿਚਾਰਾਂ ਤੋਂ ਇਹ ਤੇ ਸਾਫ਼ ਸਪਸ਼ਟ ਹੀ ਹੋ ਜਾਂਦਾ ਹੈ ਕਿ ਸਾਡੀ ਸਿੱਖੀ ਵਿੱਚ ਜੇ ਸਿਧਾਂਤਕ ਤੌਰ ਉੱਪਰ ਅਸੀਂ ਚੱਲੀਏ ਤੇ ਪੂਰੇ ਸਿੱਖੀ ਤੋਂ ਪਰਪੱਕ ਰਵਾਂਗੇ। ਭਾਵ ਤੇ ਨਾਲ ਦੇ ਨਾਲ ਇਹ ਦਰਦ ਵੀ ਝਲਕ ਸਾਫ਼ ਨਜ਼ਰ ਆਉਂਦਾ ਹੈ। ਤੇ ਇਹ ਕਸ਼ਮੀਰ ਘਾਟੀ ਵਿੱਚ ਸਿੱਖੀ ਦੀ ਇਹ ਬੁਨਿਆਦ ਹੈ ਕਿ ਜਿਨ੍ਹਾਂ ਸ਼ਹਾਦਤਾਂ ਤੇ ਕਰਕੇ ਅੱਜ ਵੀ ਕਸ਼ਮੀਰ ਘਾਟੀ ਵਿੱਚ ਸਿੱਖ ਇੰਨੇ ਤਸ਼ੱਦਦਾਂ ਦੇ ਕਰਕੇ ਵੀ ਵਸ ਰਹੇ ਨੇ। ਤੇ ਹੁਣ ਜਿਹੜਾ ਸਾਡਾ ਬੁਨਿਆਦੀ ਟੌਪਿਕ ਹੈ, ਜਿਸ ਤੇ ਸਾਨੂੰ ਗੌਰ ਕਰਨ ਦੀ ਜ਼ਿਆਦਾ ਜ਼ਰੂਰਤ ਹੈ, ਉਹ ਹੈ ਵਿਪਰਨ ਕੀ ਰੀਤ। ਭਾਵ ਜੇ ਅਸੀਂ ਆਪਣਾ ਇਤਿਹਾਸ ਭੁਲਾ ਲਈਏ ਤੇ ਅਸੀਂ ਵਿਪਰਨ ਕੀ ਰੀਤ ਵੱਲ ਜਾਵਾਂਗੇ। ਤੇ ਭਾਈ ਸਾਹਿਬ, ਤੁਸੀਂ ਆਪਣੇ ਇਤਿਹਾਸ ਨੂੰ ਕਿਸ ਤਰ੍ਹਾਂ
ਸਾਂਭਣ ਦੀ ਜਿਹੜੀ ਹੈ ਅਸੀਂ ਸਿੱਖ ਸੰਗਤਾਂ ਕੋਸ਼ਿਸ਼ ਕਰੀਏ। ਭਾਵ ਸਾਡੇ ਜਿਹੜੇ ਨੌਜਵਾਨ ਨੇ ਸਿੱਖ, ਉਹ ਕਿਸ ਤਰ੍ਹਾਂ ਇਤਿਹਾਸ ਨੂੰ ਪੜ੍ਹਨ ਜਾਂ ਸਮਝਣ ਦੀ ਕੋਸ਼ਿਸ਼ ਕਰਨਗੇ। ਆਪਣੇ ਵਿਚਾਰ ਦਿਓ ਜੀ। ਦੇਖੋ, ਇਤਿਹਾਸ ਕੌਮਾਂ ਦੀ ਜਿੰਦ ਜਾਨ ਹੋਇਆ ਕਰਦਾ ਹੈ। ਕਵੀ ਲਿਖਦਾ ਹੈ, ਜਿਸ ਬਾਗ ਦਾ ਕੋਈ ਮਾਲੀ ਨਾ ਹੋਵੇ, ਉਹਦਾ ਫਲ ਵੀ ਨਹੀਂ ਤੇ ਉਹਦਾ ਫੁੱਲ ਵੀ ਨਹੀਂ। ਤੇ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਨਾ ਸਾਂਭਣ, ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ। ਇਹ ਕੁਦਰਤੀ ਗੱਲ ਹੈ। ਜਿਹੜਾ ਇਤਿਹਾਸ ਹੈ ਕੌਮਾਂ ਦੀ ਜੀ ਜਾਨ ਹੋਇਆ ਕਰਦਾ ਹੈ। ਜੇ ਸਾਡੇ ਬਜ਼ੁਰਗ ਉੱਥੇ ਲੜੇ ਨੇ, ਉਹਨਾਂ ਨੇ ਬਹਾਦਰੀ ਦੇ ਨਾਲ, ਦੇਖੋ ਤੁਸੀਂ, ਕੇਵਲ ਮੈਦਾਨੇ ਜੰਗ ਵਿੱਚ ਲੜਨਾ ਹੀ ਨਹੀਂ। ਸੂਰਮੇ ਦੀ ਬੜੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਿੱਤੀ ਹੈ। ਬਾਣੀ ਦੇ ਵਿੱਚ ਕਈ ਥਾਵਾਂ ਤੇ ਸੂਰਮੇ ਦਾ ਜ਼ਿਕਰ, ਜਾ ਕੋ ਹਾਰ ਰੰਗ ਲਾਗੋ ਇਸ ਯੁੱਗ ਮੈਂ ਸੂਰਮੀਅਤ ਹੈ ਸੂਰਾ। ਉੱਥੇ ਪ੍ਰਮਾਤਮਾ ਦਾ ਨਾਮ ਜਪਣ ਵਾਲਾ, ਉਹਦਾ ਭਗਤ ਵੀ ਸੂਰਮਾ ਹੈ। ਉੱਥੇ ਮੈਦਾਨੇ ਜੰਗ ਵਿੱਚ ਜੂਝਣ ਵਾਲਾ ਵੀ ਸੂਰਮਾ ਹੈ। ਉਹ ਦੁਨੀਆ ਦੇ ਉੱਤੇ ਜਿਹੜਾ ਪਰਉਪਕਾਰ ਕਰਨ ਵਾਲਾ ਵੀ ਸੂਰਮਾ ਹੈ। ਸਾਡਿਆਂ ਬਜ਼ੁਰਗਾਂ ਨੇ ਉਸ ਵਕਤ ਆਪਣੇ ਬਜ਼ੁਰਗਾਂ ਦੇ ਕਮਾਏ ਹੋਏ ਇਤਿਹਾਸ ਨੂੰ ਦੁਹਰਾਇਆ ਕਿ ਉਹਨਾਂ ਨੇ ਸਮਝੌਤਾ ਨਹੀਂ ਕੀਤਾ। ਜੇ ਪੁਰਾਤਨ ਇਤਿਹਾਸ ਅਸੀਂ ਪੜ੍ਹੀਏ ਤੇ ਮੀਰ ਮਨੂ ਦੀ ਜੇਲ੍ਹਾਂ ਦੇ ਵਿੱਚ ਵੀ ਸਾਡੀਆਂ ਮਾਤਾਵਾਂ ਜਿਹੜੀਆਂ ਸੀ, ਉਹਨਾਂ ਨੇ ਸਵਾ ਸਵਾ ਮਨ ਦੇ ਪੀਸਨ ਪੀਸ ਲਏ, ਪਰ ਕਦੇ ਵੀ ਸਮਝੌਤਾ ਨਹੀਂ ਕੀਤਾ ਸਿਧਾਂਤ ਦੇ ਨਾਲ। ਸੇਮ 1947 ਦੇ ਵਿੱਚ ਸਾਡੀਆਂ ਮਾਤਾਵਾਂ ਨੇ ਵੀ ਇਹੀ ਕੰਮ ਕੀਤਾ। ਜੇ ਸਾਡੀਆਂ ਭੈਣਾਂ ਮਾਤਾਵਾਂ ਉਸ ਵਕਤ ਸਮਝੌਤਾ ਕਰਕੇ ਉਹਨਾਂ ਲੋਕਾਂ ਦੇ ਨਾਲ ਉਹਨਾਂ ਦੇ ਕੇ ਅਨੁਸਾਰ ਚੱਲਣਾ ਸ਼ੁਰੂ ਕਰ ਦਿੰਦੀ ਹੈ, ਤੇ ਸ਼ਾਇਦ ਬਹੁਤ ਵਧੀਆ ਉਹ ਵੀ ਢੰਗ ਨਾਲ ਰਹਿ ਸਕਦੀਆਂ ਸੀ। ਪਰ ਉਹਨਾਂ ਨੇ ਉਹ ਸਮਝੌਤਾ ਨਹੀਂ ਕੀਤਾ। ਇਸੇ ਤਰ੍ਹਾਂ ਹੀ ਉਹਨਾਂ ਦੇ ਕੋਲੋਂ ਸਾਨੂੰ ਵੀ ਪ੍ਰੇਰਨਾ ਤੇ ਮਿਲਦੀ ਹੈ ਕਿ ਬਈ ਆਪਣਾ ਇਤਿਹਾਸ, ਆਪਣਾ ਵਿਰਸਾ ਉਹਨਾਂ ਨੇ ਕਾਇਮ ਰੱਖਿਆ। ਹੁਣ ਆਉਣ ਵਾਲੇ ਸਮੇਂ ਤੇ ਜਿਹੜੀ ਗੱਲ ਸਾਡੀ ਹੈ ਵੀ ਅਸੀਂ ਉਸ ਇਤਿਹਾਸ ਨੂੰ ਕੇਵਲ ਸਾਂਭਣਾ ਹੀ ਨਹੀਂ, ਉਹਨੂੰ ਦੁਹਰਾਉਣਾ ਵੀ, ਉਹਨੂੰ ਕਮਾਉਣਾ ਵੀ ਹੈ, ਉਹਨੂੰ ਜੀਵਨ ਦੇ ਵਿੱਚ ਵੀ ਲੈ ਕੇ ਆਉਣਾ ਹੈ। ਵੀ ਸਾਡਿਆਂ ਬਜ਼ੁਰਗਾਂ ਨੇ ਕਿਸ ਢੰਗ ਦੇ ਨਾਲ ਇੰਨੀਆਂ ਔਕੜਾਂ ਸਾੜਦਿਆਂ ਹੋਇਆਂ, ਹੁਣ ਤੁਸੀਂ ਵੇਖੋ ਨਾ, ਇਹ ਵੀ ਤਾਂ ਸਾਡਾ ਵਿਰਸਾ ਸੀ, ਕਿਰਤ। ਹੁਣ ਕਿਰਤ ਇੱਕ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਸੀ। ਉਹਨਾਂ ਸਾਡਿਆਂ ਬਜ਼ੁਰਗਾਂ ਨੇ ਕੀ ਕਿਰਤ ਕੀਤੀ ਹੈ? ਜਦੋਂ ਉੱਥੇ ਉੱਠ ਕੇ ਆਏ ਨੇ, ਕੋਈ ਉਹਨਾਂ ਕੋਲ ਰਹਿਣ ਸਹਿਣ ਨਹੀਂ, ਕੋਈ ਘਰ-ਬਾਰ ਨਹੀਂ, ਲੰਬਾ ਸਮਾਂ ਉਹਨਾਂ ਨੇ ਕੋਈ ਇਹੋ ਜਿਹਾ ਬੇਈਮਾਨੀ ਵਾਲਾ ਕੰਮ ਨਹੀਂ ਕੀਤਾ। ਉਹਨਾਂ ਨੇ ਕਿਰਤ ਕੀਤੀ ਹੈ, ਚਾਹੇ ਟਰਾਂਸਪੋਰਟ ਲਾਈਨ ਦੇ ਵਿੱਚ ਆਏ ਨੇ, ਚਾਹੇ ਦਿਹਾੜੀਆਂ ਕੀਤੀਆਂ ਨੇ, ਚਾਹੇ ਐਗਰੀਕਲਚਰ ਦੇ ਵਿੱਚ ਨੇ, ਉਹ ਕਿਰਤ ਕਰਦੇ ਨੇ, ਗੁਰੂ ਨਾਨਕ ਦੇ ਸਿਧਾਂਤ ਨੂੰ ਕਾਇਮ ਰੱਖਦੇ ਨੇ। ਜੇ ਉਹਨਾਂ ਨੇ ਗੁਰੂ ਨਾਨਕ ਦੇ ਸਿਧਾਂਤ ਨੂੰ ਕਾਇਮ ਰੱਖ ਕੇ ਕਿਰਤ ਵਿਰਸੇ ਦੇ ਵਿੱਚ ਲੈ ਕੇ ਆਏ, ਤੇ ਅੱਜ ਸਾਡੇ ਲਈ ਵੀ ਜ਼ਰੂਰੀ ਹੈ ਵੀ ਅੱਜ ਦਾ ਸਿੱਖ ਵੀ ਉਸ ਵਿਰਸੇ ਨੂੰ ਕਾਇਮ ਰੱਖੇ, ਉਹ ਕਿਰਤ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਰੱਖੇ। ਇਸੇ ਤਰ੍ਹਾਂ ਇਤਿਹਾਸ ਦੇ ਵਿੱਚ ਜੇ ਸਾਡਿਆਂ ਬਜ਼ੁਰਗਾਂ ਨੇ ਵਹਿਮਾਂ ਭਰਮਾਂ ਇਹਨਾਂ ਚੀਜ਼ਾਂ ਦੇ ਨਾਲ ਉਸ ਵਕਤ ਸਮਝੌਤਾ ਨਹੀਂ ਕੀਤਾ, ਤੇ ਬਣਦਾ ਅੱਜ ਵੀ ਹੈ ਵੀ ਅੱਜ ਵੀ ਸਮਝੌਤਾ ਸਾਡਾ ਨਾ ਕੀਤਾ ਜਾ ਸਕੇ। ਤੇ ਜੇ ਅੱਜ ਵੀ ਉਹਨਾਂ ਨਾਲ ਸਮਝੌਤਾ ਨਹੀਂ ਹੋ ਰਿਹਾ, ਤੇ ਇਹਦਾ ਮਤਲਬ ਕਿਤੇ ਨਾ ਕਿਤੇ ਬਜ਼ੁਰਗਾਂ ਵੱਲੋਂ ਕਮਾਇਆ ਗਿਆ ਉਹ ਸਿਧਾਂਤ ਜਿਹੜਾ ਅੱਜ ਵੀ ਕਮਾਇਆ ਜਾ ਰਿਹਾ। ਤੇ ਜੇ ਅਸੀਂ ਅੱਜ ਉਹਨੂੰ ਭੁੱਲ ਜਾਈਏ, ਤੇ ਬੇਸ਼ੱਕ ਦੁਨਿਆਵੀ ਚੀਜ਼ਾਂ ਸਾਡੇ ਕੋਲ ਸਭ ਹੋਣ, ਪਰ ਜਿੰਦ ਜਾਨ ਜਿਹੜੀ ਕੌਮ ਦੀ ਹੈ, ਉਹ ਸਾਡਾ ਇਤਿਹਾਸ, ਉਹ ਵਿਰਸਾ ਹੈ, ਉਹਨੂੰ ਅਸੀਂ ਬਰਕਰਾਰ ਜੀਵਨ ਦੇ ਵਿੱਚ ਰੱਖੀਏ ਔਰ ਇਹਨੂੰ ਕਮਾਉਣ ਦੀ ਵੀ ਕੋਸ਼ਿਸ਼ ਕਰੀਏ। ਭਾਈ ਸਾਹਿਬ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਕਿ ਤੁਸੀਂ ਪਹਿਲੇ ਕਿਹਾ ਕਿ ਅਸੀਂ ਜਿਹੜਾ ਜਿਸ ਤਰ੍ਹਾਂ ਸਾਡੇ ਸ਼ਹੀਦ ਹੋਏ 47 ਵਿੱਚ, ਉਹਨਾਂ ਨੇ ਆਪਣਾ ਊੜੇ ਤੇ ਜੂੜੇ ਵਾਲਾ ਸਿਧਾਂਤ ਨਹੀਂ ਛੱਡਿਆ। ਤੇ ਗੁਰੂ ਨਾਨਕ ਦੇਵ ਜੀ ਇਸੀ ਤਰ੍ਹਾਂ ਲਿਖ ਰਹੇ ਨੇ, ਆਦਿ ਪੁਰਖ ਕੋ ਅਲੋ ਕਹੀਐ, ਸੇਖਾਂ ਆਈ ਵਾਰੀ, ਦੇਵਲ ਦੇਵਤਿਆਂ ਕਰ ਲਾਗਾ, ਐਸੀ ਕਿਰਤ ਚਾਲੀ। ਭਾਵ ਜੇ ਅਸੀਂ ਆਪਣਾ ਇਤਿਹਾਸ ਭੁੱਲ ਜਾਈਏ, ਤੇ ਸਾਡੇ ਨਾਲ ਵੀ ਇਹੋ ਕੁਝ ਹੋਏਗਾ ਜਿਹੜਾ ਕਿ ਸਨਾਤਨੀ ਧਰਮ ਨਾਲ ਹੋਇਆ ਸੀ। ਆਪਣੀ ਉਹਨਾਂ ਬੋਲੀ ਵਿਸਾਰ ਦਿੱਤੀ, ਆਪਣੇ ਉਹਨਾਂ ਨੇ ਵਸਤਰ ਵੀ ਵਿਸਾਰ ਦਿੱਤੇ। ਤੇ ਇਸੇ ਤਰ੍ਹਾਂ ਹੀ ਜਿਹੜਾ ਤੁਸੀਂ ਇੱਕ ਇਨੀਸ਼ੀਏਟਿਵ ਲਿੱਤਾ ਹੈ ਸਿੱਖ ਸੰਗਤਾਂ ਨੂੰ ਇਤਿਹਾਸ ਅੱਗੇ ਸਾਹਮਣੇ ਲਿਆਉਣ ਦਾ, ਤੇ ਮੈਂ ਸਿੱਖ ਸੰਗਤਾਂ ਨੂੰ ਵੀ ਇਹੀ ਬੇਨਤੀ ਕਰਾਂਗਾ ਕਿ ਜਿਹੜਾ ਵੀ ਕੋਈ ਇਨੀਸ਼ੀਏਟਿਵ ਲੈਂਦਾ ਹੈ, ਉਸ ਨੂੰ ਸਪੋਰਟ ਕਰਨ ਦੀ ਜ਼ਰੂਰਤ ਬਹੁਤ ਹੈ ਸਾਧ ਸੰਗਤ ਜੀ। ਹੁਣ ਕੇਵਲ ਤੇ ਕੇਵਲ ਇਹ ਨਾ ਸੋਚੋ ਕਿ ਜਿਹੜਾ ਕੋਈ ਵੀਡੀਓ ਪਾ ਰਿਹਾ ਹੈ ਆਪਣੇ ਵਾਸਤੇ ਪਾ ਰਿਹਾ, ਉਹ ਸੰਗਤਾਂ ਲਈ ਪਾ ਰਿਹਾ, ਉਹਨੂੰ ਦਰਦ ਹੈ, ਉਹ ਪੰਥ ਦਰਦੀ ਨੇ ਜੋ ਕਿ ਸੰਗਤਾਂ ਸਾਹਮਣੇ ਇੰਨੇ ਅਨਮੁੱਲੇ ਇਤਿਹਾਸ ਲੈ ਕੇ ਆ ਰਹੇ ਨੇ। ਜਿਸ ਤਰ੍ਹਾਂ ਅਸੀਂ ਪਿਛਲੀ ਵਾਰ ਹਰੀ ਪਰਬਤ ਦੀ ਵੀਡੀਓ ਵਿੱਚ ਤੁਹਾਨੂੰ ਸਾਰੀ ਇਤਿਹਾਸ ਦੱਸਿਆ ਸੀ, ਕੇਵਲ ਤੁਹਾਨੂੰ ਇਤਿਹਾਸ ਨਾਲ ਜਿਹੜਾ ਹੈ ਵਾਰਤਾਲਾਪ ਨਹੀਂ ਕਰਵਾਇਆ, ਉੱਥੇ ਤੁਹਾਨੂੰ ਅੱਜ ਦੇ ਮੌਜੂਦਾ ਹਾਲਾਤ ਵੀ ਦੱਸੇ ਗਏ ਨੇ ਕਿ ਕਿਸ ਤਰ੍ਹਾਂ ਉੱਥੇ ਗ੍ਰੰਥੀ ਸਿੰਘ ਦੀ ਨਿਯੁਕਤੀ ਹੋਣੀ ਜ਼ਰੂਰੀ ਹੈ। ਅੱਜ ਤੱਕ ਵੀ ਉੱਥੇ ਗ੍ਰੰਥੀ ਸਿੰਘ ਦੀ ਨਿਯੁਕਤੀ ਨਹੀਂ ਹੈ। ਜਿਸ ਤਰ੍ਹਾਂ ਅਸੀਂ ਪਿਛਲੀ ਵਾਰ ਜਦੋਂ ਅਸੀਂ ਗਏ ਸਾਂ, ਉੱਥੇ ਇੱਕ ਸੀਆਰਪੀਐਫ ਦਾ ਵੀਰ ਹੀ ਸਾਰੀ ਕੀ ਮਤਲਬ ਪ੍ਰਕਾਸ਼ ਕਰਦਾ ਸੀ, ਸੁਖਾਸਨ ਸਾਹਿਬ ਕਰਦਾ ਸੀ ਮਹਾਰਾਜ ਜੀ ਦਾ।
ਤੇ ਜਦੋਂ ਉਹ ਕਹਿੰਦੇ ਨੇ ਕਿ ਜਦੋਂ ਮੈਂ ਡਿਊਟੀ ਤੇ ਚਲਾ ਜਾਂਦਾ ਹਾਂ ਤੇ ਉੱਥੇ ਕੋਈ ਵੀ ਉਹਨਾਂ ਦੀ ਦੇਖਭਾਲ ਕਰਨ ਲਈ ਨਹੀਂ ਹੁੰਦਾ। ਤੇ ਅਸੀਂ ਇਹੀ ਕਾਰਨ ਨੇ ਕਿ ਅਸੀਂ ਆਪਣੇ ਇਤਿਹਾਸ ਤੋਂ ਵਾਂਝੇ ਹੋ ਰਹੇ ਹਾਂ ਤੇ ਅਸੀਂ ਆਪਣੇ ਇਤਿਹਾਸ ਨੂੰ ਨਹੀਂ ਚਾਹੁੰਦੇ ਕਿ ਅਸੀਂ ਸਾਂਭੀਏ। ਤੇ ਸਾਡੀ ਸੰਸਥਾਵਾਂ ਨੂੰ ਵੀ ਇਹੀ ਬੇਨਤੀ ਹੈ ਕਿ ਆਪਣੇ ਇਤਿਹਾਸ ਨੂੰ ਜ਼ਰੂਰ ਸਾਂਭੋ, ਜਾਂ ਕਿ ਅਗਲੀ ਆਉਣ ਵਾਲੀ ਪੀੜ੍ਹੀ ਸਾਡੇ ਇਤਿਹਾਸ ਤੇ ਗਰਵ ਕਰੇ। ਹੋਰ ਭਾਈ ਸਾਹਿਬ ਜੀ ਨੇ ਇੱਕ ਹੋਰ ਗੱਲ ਕੀਤੀ, ਇਤਿਹਾਸ ਤੇ ਸਾਡੇ ਕੋਲ ਬੜਾ ਹੈ, ਲੇਕਿਨ ਸਾਨੂੰ ਇਤਿਹਾਸ ਦੁਹਰਾਉਣ ਦੀ ਵੀ ਬੜੀ ਲੋੜ ਹੈ। ਭਾਵ ਅਸੀਂ ਉਸ ਇਤਿਹਾਸ ਦੇ ਮੱਦੇ-ਨਜ਼ਰ ਉਸ ਨੂੰ ਆਪਣਾ ਆਈਡਲ ਬਣਾ ਕੇ ਹੀ ਅੱਗੇ ਦੀ ਜ਼ਿੰਦਗੀ ਬਤੀਤ ਕਰਨੀ ਹੈ। ਅੱਜ ਦਾ ਸਿੱਖ ਕਿਉਂ ਇਤਿਹਾਸ ਭੁਲਾ ਰਿਹਾ ਹੈ, ਇਹ ਵੀ ਭਾਈ ਸਾਹਿਬ ਜੀ ਨੇ ਦੱਸਿਆ, ਤੇ ਕਿਸ ਤਰ੍ਹਾਂ ਅੱਗੇ ਇਤਿਹਾਸ ਨੂੰ ਪੜ੍ਹ ਕੇ ਸੋਚ ਕੇ ਅੱਗੇ ਲਿਆ ਸਕਦਾ, ਉਹ ਵੀ ਦੱਸਿਆ। ਤੇ ਵਿਰਸਾ ਚੈਨਲ ਨੇ ਵੀ ਇਸ ਉਦਮ ਨੂੰ ਅੱਗੇ ਵਧਾਉਣ ਲਈ ਕਮਰ ਕੱਸੇ ਕੀਤੇ ਨੇ। ਭਾਵ 47 ਦੇ ਪ੍ਰੋਜੈਕਟ ਨੂੰ ਤੇ ਰੋਸ਼ਨੀ ਪਾਉਣ ਲਈ ਅੱਗੇ ਆਏ ਨੇ। ਮੈਂ ਇਹਨਾਂ ਵਿਚਾਰਾਂ ਤੋਂ ਆਪ ਜੀਆਂ ਤੋਂ ਖਿਮਾ ਮੰਗਦਾ ਹਾਂ। ਭਾਈ ਸਾਹਿਬ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਆਪ ਜੀਆਂ ਦਾ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ, ਜੋ ਆਪ ਆਪਣਾ ਅਨਮੁੱਲਾ ਸਮਾਂ ਕੱਢ ਕੇ ਸਾਡੇ ਨਾਲ ਅੱਜ ਵਿਸ਼ੇਸ਼ ਪ੍ਰੋਗਰਾਮ ਵਿੱਚ ਜੁੜੇ ਰਹੇ। ਦਿਓ ਇਜਾਜ਼ਤ, ਅਗਲੀ ਵੀਡੀਓ ਵਿੱਚ ਫਿਰ ਹਾਜ਼ਰ ਹੋਵਾਂਗੇ ਜੀ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹ, ਫਤਿਹ। ਵਾਹ।